ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਸ਼ਾ ਕੋਈ ਵੀ ਹੋਵੇ, ਕਿਸੇ ਵੀ ਪ੍ਰਕਾਰ ਦਾ ਹੋਵੇ, ਸਿਰਫ ਜੀਵਨ ਹੀ ਨਹੀਂ ਕਈ ਜਨਮ ਖਰਾਬ ਕਰ ਦਿੰਦਾ ਹੈ। ਸਾਡੇ ਕੋਲੋਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਅਸੀਂ ਬਾਅਦ ਵਿੱਚ ਪਛਤਾਉਂਦੇ ਹਾਂ। ਵਾਹਿਗੁਰੂ ਜੀ ਨੇ ਸਾਨੂੰ ਰਹਿਤਾਂ ਬਖਸ਼ੀਆਂ ਨੇ, ਸਾਨੂੰ ਕਕਾਰ ਦਿੱਤੇ ਨੇ, ਅਸੀਂ ਉਹ ਵੀ ਲਾ ਛੱਡਦੇ ਹਾਂ, ਫਿਰ ਬਾਅਦ ਵਿੱਚ ਪਛਤਾਉਂਦੇ ਹਾਂ ਭੁੱਲ ਹੋ ਗਈ, ਇਹ ਨਹੀਂ ਸੀ ਕਰਨਾ। ਫਿਰ ਵੀ ਗੁਰੂ ਬੜਾ ਬਖਸ਼ੰਦ ਹੈ। ਅਰਦਾਸ ਕਰਕੇ ਦੁਬਾਰਾ ਭੁੱਲ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਭੁੱਲਾਂ ਨੂੰ ਸੁਧਾਰਨ ਵਿੱਚ ਹੀ ਭਲਾ ਹੈ। ਗੁਰਬਾਣੀ ਇਹਨਾਂ ਬਾਰੇ ਕੀ ਸਿੱਖਿਆ ਦੇ ਰਹੀ ਹੈ, ਸੰਤ ਮਸਕੀਨ ਜੀ ਦੇ ਗੁਰਬਾਣੀ ਵਿਚਾਰ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਿਸ਼ੇ ਬਹੁਤ ਹੀ ਬਾਰੀਕ ਹੈ, ਪੂਰੀ ਸੁਣਨ ਦੀ ਕਿਰਪਾਲਤਾ ਬਖਸ਼ਣਾ। ਵਾਹਿਗੁਰੂ ਜੀ ਅਸੀਂ ਸਾਰਿਆਂ ਉੱਤੇ ਕਿਰਪਾ ਕਰਨ, ਇਹ ਸਭ ਦੇ ਲਈ ਲਾਭਕਾਰੀ ਹੋਵੇ। ਜ਼ਿੰਦਗੀ ਦਾ ਆਦਰਸ਼ ਲੈਣ ਵਾਸਤੇ ਆਪਾਂ ਗੁਰੂ ਗੋਦ ਵਿੱਚ ਆਉਂਦੇ ਹਾਂ ਤਾਂ ਇਹ ਆਦਰਸ਼, ਇਹ ਸ਼ਬਦ ਗੁਰੂ ਸਾਨੂੰ ਦਿੰਦਾ ਹੈ ਅਤੇ ਅਸੀਂ ਅਕਸਰ ਭੁੱਲ ਜਾਂਦੇ ਹਾਂ। ਇੱਕ ਦਫਾ ਨਹੀਂ, ਮਹਾਰਾਜ ਕਹਿੰਦੇ ਨੇ ਕਈ ਦਫਾ ਭੁੱਲਦੇ ਹਾਂ। ਸਾਹਿਬਾ ਕਹਿੰਦੇ ਨੇ ਭੁਲਾਵੜੇ ਭੁੱਲੀ ਭੁੱਲ ਭੁੱਲ ਪਛਤਾਣੀ। ਬੰਦਾ ਵਾਰ ਭੁੱਲਦਾ ਹੈ। ਸਵੇਰੇ ਜੋ ਭੁੱਲ ਕੀਤੀ ਹੈ ਔਰ ਪ੍ਰਣ ਕੀਤਾ ਹੈ ਕਿ ਸ਼ਾਮੀ ਭੁੱਲ ਨਹੀਂ ਕਰਾਂਗੇ, ਸ਼ਾਮੀ ਵੀ ਉਹੀ ਭੁੱਲ ਕਰਦਾ ਹੈ। ਸ਼ਾਮੀ ਇਸਨੇ ਪ੍ਰਣ ਕੀਤਾ ਹੈ ਕਿ ਝੂਠ ਨਹੀਂ ਬੋਲਾਂਗੇ, ਸ਼ਰਾਬ ਨਹੀਂ ਪੀਆਂਗੇ, ਪਰ ਸਵੇਰੇ ਫਿਰ ਪੀਂਦਾ ਹੈ। ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਮਨੁੱਖ ਦੀ ਭੂਲ ਭੁਲਈਆ ਵਿੱਚ ਲੰਘ ਜਾਂਦੀ ਹੈ। ਬੜੇ ਟੇਢੇ ਮੇਢੇ ਰਸਤੇ ਨੇ ਜਿੱਥੇ ਬੰਦਾ ਇੱਕ ਦਫਾ ਪ੍ਰਵੇਸ਼ ਕਰ ਜਾਏ ਤੇ ਨਿਕਲ ਨਾ ਸਕੇ। ਐਸੀ ਜਗ੍ਹਾ ਨੂੰ ਆਖਿਆ ਗਿਆ ਹੈ ਭੂਲ ਭੁਲਈਆ। ਇੱਕ ਦਫਾ ਬੰਦਾ ਜੇ ਝੂਠ ਫਰੇਬ ਵਿੱਚ ਫਸ ਜਾਏ ਤਾਂ ਨਿਕਲਣਾ ਹੀ ਔਖਾ ਹੈ ਅਤੇ ਸਾਰੀ ਜ਼ਿੰਦਗੀ ਉਸੇ ਹੀ ਭੁਲਾਵੜੇ ਵਿੱਚ ਲੰਘ ਜਾਂਦੀ ਹੈ। ਭੁੱਲ ਭੁੱਲ ਪਛਤਾਣੀ, ਬਾਰ ਭੁੱਲਾਂ, ਅਤੇ ਹਰ ਭੁੱਲ ਤੋਂ ਬਾਅਦ ਕੀ ਹੈ? ਪਛਤਾਵਾ। ਹਰ ਗਲਤੀ ਦਾ ਫਲ ਕੀ ਹੈ? ਪਛਤਾਵਾ। ਅਤੇ ਬੰਦਾ ਪਛਤਾਉਂਦਾ ਹੈ, ਪਰੇਸ਼ਾਨ ਹੁੰਦਾ ਹੈ। ਇਹ ਭੁੱਲ ਕਿਉਂ ਜਾਂਦਾ ਹੈ? ਸਾਹਿਬ ਕਹਿੰਦੇ ਨੇ ਮਦਹੋਸ਼ ਹੋ ਜਾਂਦਾ ਹੈ। ਹੋਸ਼ ਵਿੱਚ ਹੋਵੇ ਬੰਦਾ ਤਾਂ ਭੁੱਲਦਾ ਨਹੀਂ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਐਸੀ ਕਿਹੜੀ ਚੀਜ਼ ਹੈ ਜਿਸ ਵਿੱਚ ਅਸੀਂ ਬੇਹੋਸ਼ ਹੋ ਜਾਂਦੇ ਹਾਂ? ਸ਼੍ਰੀ ਰਾਗ ਦੀ ਪੰਕਤੀ ਹੈ, ਅਮਲ ਗਲੋਲਾ ਕੂੜ ਕਾ। ਗਲੋਲਾ ਅਫੀਮ ਦੀ ਗੋਲੀ ਨੂੰ ਕਹਿੰਦੇ ਨੇ ਔਰ ਸਿਆਣੇ ਬੰਦੇ ਇਹ ਜਾਣਦੇ ਨੇ ਕਿ ਸਭ ਤੋਂ ਭੈੜਾ ਨਸ਼ਾ ਇਹੀ ਹੈ। ਸ਼ਰਾਬੀ ਦੀ ਸ਼ਰਾਬ ਛੁਡਾਈ ਜਾ ਸਕਦੀ ਹੈ, ਕਿਸੇ ਤੰਬਾਕੂ ਪੀਣ ਵਾਲੇ ਦਾ ਤੰਬਾਕੂ ਛੁਡਾਇਆ ਜਾ ਸਕਦਾ ਹੈ, ਕਿਸੇ ਭੰਗ ਪੀਣ ਵਾਲੇ ਦੀ ਭੰਗ ਛੁਡਾਈ ਜਾ ਸਕਦੀ ਹੈ, ਪਰ ਅਫੀਮ ਦੇ ਨਸ਼ੇ ਨੂੰ ਛੁਡਾਉਣਾ ਬਹੁਤ ਔਖਾ ਹੈ। ਪੁਰਾਣੇ ਸ਼ਾਸਤਰਕਾਰਾਂ ਨੇ ਇਹਨਾਂ ਨਸ਼ਿਆਂ ਨੂੰ ਬਹੁਤ ਫਿਟਕਾਰਾਂ ਪਾਈਆਂ ਨੇ। ਪਦਮ ਪੁਰਾਣ ਵਿੱਚ ਇੱਕ ਸ਼ਲੋਕ ਹੈ, ਬੀਜਿਆ ਕਲਪੰਤ ਏਕ ਕੰਚ 10 ਕਲਪੰਤ ਨਾਗਨੀ। ਬੀਜਿਆ ਕਹਿੰਦੇ ਨੇ ਭੰਗ। ਜਿਹੜਾ ਬੰਦਾ ਭੰਗ ਪੀਂਦਾ ਹੈ ਉਹ ਇੱਕ ਨਰਕ ਭੋਗੇਗਾ, ਭਾਵ ਉਸਦਾ ਇੱਕ ਜਨਮ ਖੁਆਰ ਗਿਆ। ਇੱਕ ਜ਼ਿੰਦਗੀ ਭੰਗ ਪੀਣ ਵਾਲੇ ਦੀ ਐਵੇਂ ਗਈ। 10 ਕਲਪੰਤ ਨਾਗਨੀ। ਅਫੀਮ ਨੂੰ ਅੱਜ ਵੀ ਨਿਹੰਗ ਸਿੰਘ ਨਾਗਨੀ ਕਹਿੰਦੇ ਨੇ। ਪੁਰਾਣਾ ਨਾਂ ਵੀ ਇਸ ਦਾ ਨਾਗ ਨਾਗਨੀ ਹੈ ਔਰ ਬਿਲਕੁਲ ਇਹ ਸੱਪ ਦੀ ਤਰ੍ਹਾਂ ਹੀ ਡੰਗਦੀ ਹੈ। ਮਨੁੱਖ ਨੂੰ ਇਹ ਹੱਡੀਆਂ ਦਾ ਢਾਂਚਾ ਬਣਾ ਦਿੰਦੀ ਹੈ ਅਤੇ ਬੰਦਾ ਫਿਰ ਇਸ ਨੂੰ ਛੱਡ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਅਮਲੀ ਅਮਲ ਨ ਛੱਡੀਅਨ ਦੁੱਖ ਸਹਿਨ ਗਰਠੇ। ਭਾਵੇਂ ਹਰ ਅਮਲ ਦੇ ਪਿੱਛੇ ਬਹੁਤ ਵੱਡਾ ਦੁੱਖ ਹੈ, ਪਰ ਫਿਰ ਵੀ ਅਫੀਮ ਦੇ ਅਮਲੀ ਵਾਸਤੇ ਇਸ ਅਮਲ ਨੂੰ ਛੱਡਣਾ ਬਹੁਤ ਔਖੀ ਗੱਲ ਹੈ। ਤਾਂ ਇੱਥੇ ਰਿਸ਼ੀ ਕਹਿੰਦਾ ਹੈ ਕਿ ਜੋ ਅਫੀਮ ਖਾਂਦਾ ਹੈ 10 ਕਲਪੰਤ ਨਾਗਨੀ, ਉਹ 10 ਨਰਕ ਭੋਗੇਗਾ, ਭਾਵ 10 ਜਨਮ ਉਸਦੇ ਅਚੇਤ ਅਵਸਥਾ 'ਚ ਲੰਘਣਗੇ, ਸੁਚੇਤ ਨਹੀਂ ਹੋ ਸਕੇਗਾ। ਕਈਆਂ ਦੀ ਜ਼ਿੰਦਗੀ ਬਿਲਕੁਲ ਅਚੇਤਪੁਣੇ 'ਚ ਲੰਘਦੀ ਹੈ, ਜੀਂਦੇ ਨੇ ਪਰ ਅਚੇਤਪੁਣੇ 'ਚ ਕੁਝ ਨਹੀਂ ਪਤਾ। ਸੱਚ ਕੀ ਹੈ, ਝੂਠ ਕੀ ਹੈ, ਵਿਗਿਆਨ ਕੀ ਹੈ, ਧਰਮ ਕੀ ਹੈ, ਕੁਝ ਵੀ ਨਹੀਂ ਪਤਾ। ਸਾਰੀ ਜ਼ਿੰਦਗੀ ਮਦਹੋਸ਼ੀ ਵਿੱਚ ਹੀ ਲੰਘ ਜਾਂਦੀ ਹੈ। ਤਾਂ ਕਹਿੰਦੇ ਨੇ ਉਹ ਜਨਮ ਜਿਹੜਾ ਅਫੀਮ ਖਾ ਕੇ ਲੰਘਾਇਆ ਹੈ ਉਸਦਾ ਨਸ਼ਾ, ਉਸਦੀ ਬੇਹੋਸ਼ੀ ਬਾਕੀ ਜਨਮਾਂ 'ਚ ਵੀ ਬੇਸੁਰਤੀ ਬਣੀ ਰਹੇਗੀ। ਬਾਰਣੇ ਸਹੰਸਰ ਕਲਪੰਤ ਧੂਮਰਪਾਨ ਸੰਖਿਆਨ ਵਿਦਿਅਤੇ। ਬਾਰਣੇ ਕਹਿੰਦੇ ਨੇ ਸ਼ਰਾਬ ਨੂੰ, ਅਤੇ ਜਿਹੜਾ ਸ਼ਰਾਬ ਪੀਂਦਾ ਹੈ ਉਹ ਆਦਮੀ ਹਜ਼ਾਰਾਂ ਨਰਕ ਭੋਗੇਗਾ, ਹਜ਼ਾਰਾਂ ਜਨਮਾਂ ਤੱਕ ਉਹ ਸੁਚੇਤ ਨਹੀਂ ਹੋ ਸਕੇਗਾ। ਇਹ ਕਿਤੇ ਤੁਸੀਂ ਅਤਕਥਨੀ ਨਾ ਸਮਝ ਲੈਣਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਅਸੰਖ ਮੂਰਖ ਅੰਧ ਘੋਰ। ਜ਼ਿੰਦਗੀ ਘੋਰ ਅੰਧੇਰੇ 'ਚ ਮਸੀਹਾ ਦੀ ਰਾਤ ਦੀ ਤਰ੍ਹਾਂ ਲੰਘਦੀ ਹੈ।
ਬਿਲਕੁਲ ਅਚੇਤ ਨੇ। ਗਲਤੀ ਕੀਤੀ ਹੈ, ਗਲਤੀ ਦਾ ਪਤਾ ਕੋਈ ਨਹੀਂ, ਸੁਧਾਰਨਾ ਕਿੱਥੇ ਹੈ। ਇਹ ਵੀ ਨਹੀਂ ਪਤਾ ਕਿ ਮੈਂ ਗਲਤੀ ਕਰ ਰਿਹਾ ਹਾਂ, ਇਹ ਵੀ ਨਹੀਂ ਪਤਾ ਕਿ ਮੈਂ ਗਲਤ ਹਾਂ। ਇਤਨਾ ਅਚੇਤ ਹੈ। ਸਾਹਿਬ ਕਹਿੰਦੇ ਨੇ ਐਸੇ ਵੀ ਅੰਧ ਮੂਰਖ ਹੈਗੇ ਨੇ। ਧੂਮਰਪਾਨ ਅਸੰਖਿਆਨ ਵਿਦਿਅਤੇ। ਧੂਮਰਪਾਨ ਕਹਿੰਦੇ ਨੇ ਤੰਬਾਕੂ ਨੂੰ। ਜਿਹੜਾ ਬੰਦਾ ਤੰਬਾਕੂ ਨੂੰ ਪੀਂਦਾ ਹੈ ਜਾਂ ਕਿਸੇ ਵੀ ਰੂਪ ਵਿੱਚ ਇਸਤੇਮਾਲ ਕਰਦਾ ਹੈ ਤੇ ਅਣਗਿਣਤ ਹੀ ਨਰਕ ਭੋਗੇਗਾ। ਸੁਰਤੀ ਇਤਨੀ ਬੇਸੁਰਤ ਹੋ ਜਾਵੇਗੀ ਕਿ ਪਤਾ ਨਹੀਂ ਇਸਨੇ ਹੁਣ ਕਿਤਨੇ ਜਨਮਾਂ ਬਾਅਦ ਸੁਚੇਤ ਹੋਣਾ ਹੈ। ਇਹ ਜਿਹੜੇ ਪਸ਼ੂ ਨੇ, ਕਹਿੰਦੇ ਨੇ ਚੇਤਨਾ ਦੇ ਤਲ 'ਤੇ ਇਹ ਸਿਰਫ 1-2% ਹੀ ਜਾਗੇ ਹੋਏ ਨੇ ਤੇ ਮਨੁੱਖ ਚੇਤਨਾ ਦੇ ਤਲ 'ਤੇ 10% ਹਿੱਸਾ ਜਗਿਆ ਹੋਇਆ ਹੈ ਤੇ 90% ਸੁੱਤਾ ਹੋਇਆ ਹੈ। ਤੇ ਜਿਹੜਾ ਦੇਵਤਾ ਹੈ, ਕਹਿੰਦੇ ਨੇ ਉਹ ਪੂਰਾ ਜਾਗਿਆ ਹੋਇਆ ਮਨੁੱਖ ਹੈ। ਅਗਰ ਬੰਦਾ ਹੁਣ ਪੂਰਾ ਹੀ ਸੁੱਤਾ ਹੋਵੇ ਤਾਂ ਪਸ਼ੂਆਂ ਨਾਲੋਂ ਵੀ ਥੱਲੇ ਗਿਆ, ਪੱਥਰ ਹੀ ਹੋ ਗਿਆ, ਬਿਲਕੁਲ ਪੱਥਰ। ਤਾਂ ਨਸ਼ਾ ਬਿਲਕੁਲ ਸੁਲਾ ਦਿੰਦਾ ਹੈ, ਅਚੇਤ ਕਰ ਦਿੰਦਾ ਹੈ। ਸੁੱਤਾ ਹੋਇਆ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਸੋ ਕੇ ਕੀਰਤਨ ਨਹੀਂ ਸੁਣਾਇਆ ਜਾ ਸਕਦਾ, ਸੋ ਕੇ ਬੰਦਾ ਤਬਲਾ ਨਹੀਂ ਵਜਾ ਸਕਦਾ। ਨੀਂਦ ਵਿੱਚ ਬੰਦਾ ਹੋਵੇ ਤੇ ਕਾਰ ਚਲਾਉਣੀ ਹੋਵੇ, ਕਿਸ ਤਰ੍ਹਾਂ ਚਲਾਏਗਾ। ਕੋਈ ਵੀ ਸੰਸਾਰ ਦਾ ਕੰਮ ਕਰਨ ਵਾਸਤੇ ਜਾਗਣਾ ਲਾਜ਼ਮੀ ਹੈ। ਸੁੱਤਿਆਂ ਕੁਝ ਵੀ ਨਹੀਂ ਹੋ ਸਕਦਾ। ਸੋ ਕੇ ਸੁਪਨੇ ਤਾਂ ਵੇਖੇ ਜਾ ਸਕਦੇ ਹਨ, ਸੋ ਕੇ ਕੁਝ ਕੀਤਾ ਨਹੀਂ ਜਾ ਸਕਦਾ। ਸੋ ਕੇ ਸੁਪਨੇ 'ਚ ਜੇ ਬੰਦਾ ਰੋਟੀ ਵੀ ਖਾ ਲਵੇ ਤਾਂ ਜਾਗਣ 'ਤੇ ਪਤਾ ਚੱਲਦਾ ਹੈ ਕਿ ਪੇਟ ਤੇ ਖਾਲੀ ਹੈ, ਐਵੇਂ ਸੁਪਨੇ 'ਚ ਹੀ ਰੋਟੀ ਖਾਧੀ ਸੀ। ਸੋ ਕੇ ਸੁਪਨੇ 'ਤੇ ਵੇਖੇ ਜਾ ਸਕਦੇ ਹਨ, ਪਰ ਸੋ ਕੇ ਮੰਜ਼ਿਲ ਮਕਸੂਦ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜੇ ਇੱਕ ਬੰਦਾ ਸੁਪਨੇ 'ਚ ਵੇਖੇ ਕਿ ਮੈਂ ਸਫ਼ਰ ਦੇ ਵਿੱਚ ਹਾਂ ਤੇ ਹਜ਼ਾਰਾਂ ਮੀਲ ਦੀ ਵਾਟ ਤੈਅ ਕੀਤੀ, ਪਰ ਜਾਗਣ 'ਤੇ ਪਤਾ ਚੱਲੇਗਾ ਕਿ ਮੈਂ ਤੇ ਉੱਥੇ ਹੀ ਪਿਆ ਹਾਂ। ਤੇ ਚੇਤਨਾ ਦੇ ਤਲ 'ਤੇ ਸੁੱਤਾ ਹੋਇਆ ਮਨੁੱਖ ਜਨਮ ਅਜਾਈਂ ਗਵਾ ਰਿਹਾ ਹੈ। ਗੁਰਬਾਣੀ ਦੀ ਪੰਕਤੀ ਹੈ, ਜਾਗਤ ਸੋਇਆ ਜਨਮ ਗਵਾਇਆ। ਜੋ ਬੰਦਾ ਨਸ਼ਾ ਕਰਦਾ ਹੈ ਉਸਦੀ ਸੋਚਣ ਸ਼ਕਤੀ ਰਹਿ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਇੱਕ ਹੋਰ ਨਸ਼ੇ ਦਾ ਜ਼ਿਕਰ ਸ਼੍ਰੀ ਰਾਗ ਵਿੱਚ ਕਰਦੇ ਹਨ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣ ਹਾਰ, ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨਚਾਰ। ਝੂਠ ਦੀ ਅਫੀਮ ਬੰਦੇ ਨੇ ਐਸੀ ਛਕ ਲਈ ਹੈ ਕਿ ਸੱਚ ਚੇਤੇ ਹੀ ਨਹੀਂ ਆਉਂਦਾ। ਮੌਤ ਭੁੱਲ ਹੀ ਗਿਆ ਹੈ। ਸਾਹਮਣੇ ਸ਼ਮਸ਼ਾਨ ਘਾਟ ਵੇਖਦਾ ਹੈ, ਕਬਰਾਂ ਵੇਖਦਾ ਹੈ, ਕਹਿੰਦਾ ਹੈ ਉਹਨਾਂ ਨੇ ਮਰਨਾ ਸੀ, ਅਸੀਂ ਥੋੜ੍ਹੇ ਮਰਨਾ ਹੈ। ਇਤਨਾ ਅਚੇਤ ਹੈ, ਚੇਤਨ ਦੇ ਤਲ 'ਤੇ ਬਿਲਕੁਲ ਸੁੱਤਾ ਹੋਇਆ ਹੈ। ਜੀਣਾ ਝੂਠ ਹੈ ਤੇ ਮਰਨਾ ਸੱਚ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਮੌਤ ਨੂੰ ਚੇਤੇ ਰੱਖ। ਮੌਤ ਜੀਵਨ ਦੀ ਸੱਚਾਈ ਹੈ। ਜਿਸ ਨੂੰ ਮੌਤ ਚੇਤੇ ਹੈ ਉਸ ਨੂੰ ਰੱਬ ਚੇਤੇ ਹੈ। ਜਿਸ ਨੂੰ ਮੌਤ ਚੇਤੇ ਹੈ ਉਹ ਬੰਦਾ ਬੜਾ ਪਵਿੱਤਰ ਹੁੰਦਾ ਹੈ। ਜਿਸ ਨੂੰ ਮੌਤ ਭੁੱਲ ਗਈ ਹੈ ਉਸ ਨੂੰ ਰੱਬ ਭੁੱਲਿਆ ਹੈ, ਤੇ ਜਿਸ ਨੂੰ ਰੱਬ ਭੁੱਲ ਗਿਆ ਹੈ ਉਹ ਬੰਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜੋ ਬੰਦਾ ਪਰਮਾਤਮਾ ਨੂੰ ਵਿਸਰ ਜਾਂਦਾ ਹੈ, ਚੇਤੇ ਨਹੀਂ ਕਰਦਾ, ਉਸਦੇ ਸਾਰੇ ਗੁਣ ਗਲ ਜਾਂਦੇ ਨੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਤੇ ਭਲਿਆ ਵਿਆਪਨ ਸਭੈ ਰੋਗ। ਜਿੰਨੇ ਸਰੀਰਕ ਰੋਗ ਨੇ, ਮਾਨਸਿਕ ਰੋਗ ਨੇ, ਸੰਸਾਰਿਕ ਰੋਗ ਨੇ, ਸਾਰੇ ਦੇ ਸਾਰੇ ਉਸ ਬੰਦੇ ਨੂੰ ਆ ਚੰਬੜਦੇ ਨੇ ਜਿਹੜੇ ਬੰਦੇ ਦੇ ਦਿਮਾਗ ਵਿੱਚ ਰੱਬ ਦਾ ਚੇਤਾ ਨਹੀਂ ਹੈ। ਤੇ ਝੂਠ ਤੇ ਅਫੀਮ ਦੀ ਲਤ ਬੰਦੇ ਨੂੰ ਐਸੀ ਲੱਗੀ ਹੈ ਕਿ ਬਿਲਕੁਲ ਅਚੇਤਨ ਰਹਿੰਦਾ ਹੈ। ਕਹਿੰਦੇ ਨੇ ਤਹਿਖਾਨੇ ਵਿੱਚ ਕੋਈ ਬੰਦਾ 1-2 ਸਾਲ ਰਵੇ, ਜਿੱਥੇ ਸੂਰਜ ਦੀ ਰੋਸ਼ਨੀ ਜਾਏ ਹੀ ਨਾ। ਅਗਰ ਉਹ 2 ਸਾਲ ਬਾਅਦ ਹਨੇਰੇ 'ਚੋਂ ਬਾਹਰ ਆਵੇਗਾ ਤਾਂ ਅੱਖਾਂ ਵਿੱਚ ਰੋਸ਼ਨੀ ਨਹੀਂ ਹੋਵੇਗੀ। ਇੰਝ ਕਹਿੰਦੇ ਨੇ ਸਿਆਣੇ ਕਿ ਉਹ ਸੂਰਜ ਨੂੰ ਨਹੀਂ ਵੇਖ ਸਕੇਗਾ, ਵੇਖਣ ਦੀ ਸ਼ਕਤੀ ਗਵਾ ਬੈਠੇਗਾ। ਜਦ ਕੋਈ ਬੰਦਾ ਬਹੁਤ ਮੁੱਦਤ ਤੱਕ ਪਾਖੰਡ, ਝੂਠ, ਫਰੇਬ ਤੇ ਮੂਰਖਤਾ ਦੇ ਆਲੇ ਦੁਆਲੇ ਰਵੇ ਤਾਂ ਸੱਚ ਸੁਣਨ ਦੀ ਸ਼ਕਤੀ ਉਸ ਵਿੱਚ ਖਤਮ ਹੋ ਜਾਂਦੀ ਹੈ, ਨਹੀਂ ਸੁਣ ਸਕਦਾ। ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਪਾਖੰਡ, ਝੂਠ, ਫਰੇਬ ਦੇ ਆਲੇ ਦੁਆਲੇ ਰਹਿਣ ਨਾਲ ਮਨੁੱਖ ਦੇ ਅੰਦਰ ਉਹ ਸ਼ਕਤੀ ਖਤਮ ਹੋ ਜਾਂਦੀ ਹੈ ਜਿਸ ਨਾਲ ਸੱਚ ਵੇਖ ਸਕੀਏ, ਜਿਸ ਨਾਲ ਗੁਰਬਾਣੀ ਦੇ ਦਰਸ਼ਨ ਕਰ ਸਕੀਏ। ਜਿਸ ਦਿਨ ਦਰਸ਼ਨ ਕੀਤਾ ਗੁਰਬਾਣੀ ਦਾ ਪ੍ਰਭਾਵ ਆਪੇ ਹੀ ਪਵੇਗਾ। ਗੁਰਬਾਣੀ 'ਚ ਰਸ ਹੈ, ਗੁਰਬਾਣੀ 'ਚ ਗੱਲ ਹੀ ਐਸੀ ਹੈ।
ਗੁਰਬਾਣੀ 'ਚ ਸ਼ਕਤੀ ਹੀ ਐਸੀ ਹੈ। ਅਜੇ ਤੱਕ ਸਾਡੇ ਹਿਰਦਿਆਂ ਨੇ ਪ੍ਰਭਾਵ ਨਹੀਂ ਕਬੂਲਿਆ, ਤਾਂ ਹੀ ਅਸੀਂ ਗੁਰੂ ਨੂੰ ਵੇਖ ਨਹੀਂ ਸਕਦੇ। ਅਸੀਂ ਪਾਲਕੀ ਹੀ ਵੇਖੀ ਹੈ, ਚੰਦੋਆ ਹੀ ਵੇਖਿਆ ਹੈ, ਰੁਮਾਲੇ ਵੇਖੇ ਨੇ, ਪੀੜ੍ਹੀ ਵੇਖੀ ਹੈ, ਜਾਂ ਕਾਗਜ਼ਾਂ 'ਤੇ ਲਿਖੇ ਹੋਏ ਅੱਖਰ ਵੇਖੇ ਨੇ। ਇਸ ਤੋਂ ਅੱਗੇ ਨਹੀਂ ਗਏ। ਇਹ ਨਹੀਂ ਵੇਖਿਆ ਕਿ ਇੱਕ ਇੱਕ ਅੱਖਰ ਵਿੱਚ ਕੀ ਹੈ, ਇੱਕ ਇੱਕ ਸ਼ਬਦ ਵਿੱਚ ਕਿਹੜੇ ਖਿਆਲ ਨੇ, ਕਿਹੜਾ ਨੂਰ ਹੈ। ਇੱਥੇ ਤੱਕ ਅਜੇ ਸਾਡੀ ਦ੍ਰਿਸ਼ਟੀ ਨਹੀਂ ਜਾ ਸਕੀ। ਕਿਉਂ ਨਹੀਂ ਜਾ ਸਕੀ? ਕਿਉਂਕਿ ਸਾਡਾ ਮਨ ਸੁੱਤਾ ਹੋਇਆ ਹੈ। ਸੰਸਾਰ ਦੇ ਪ੍ਰਤੀ ਤਾਂ ਜਗਿਆ ਹੋਇਆ ਹੈ, ਪਰ ਪਰਮਾਤਮਾ ਦੇ ਪ੍ਰਤੀ ਸੁੱਤਾ ਹੋਇਆ ਹੈ। ਭਾਵੇਂ ਮਨ ਕਹਿ ਲਓ, ਧਿਆਨ ਸ਼ਕਤੀ, ਚੇਤਨਾ ਸ਼ਕਤੀ ਕਹਿ ਲਓ। ਮਨੁੱਖ ਦੀ ਇਸ ਸੁਰਤ, ਧਿਆਨ, ਚੇਤਨਾ ਸ਼ਕਤੀ ਜਿਸਨੇ ਪਰਮਾਤਮਾ ਨੂੰ ਦੇਖਣਾ ਅਤੇ ਸੁਣਨਾ ਹੈ, ਉਹ ਗਫਲਤ ਦੀ ਨੀਂਦ ਸੁੱਤੀ ਪਈ ਰਹਿੰਦੀ ਹੈ ਅਤੇ ਖੋਈ ਰਹਿੰਦੀ ਹੈ। ਕਿਸ ਵਿੱਚ? ਭੂਤਕਾਲ ਦੀਆਂ ਯਾਦਾਂ ਵਿੱਚ ਜਾਂ ਭਵਿੱਖ ਦੀ ਚਿੰਤਾ ਵਿੱਚ। ਅਗਰ ਸੰਸਾਰ ਨੂੰ ਯਾਦ ਕਰੀਏ ਤਾਂ ਯਾਦ ਦੇ ਰਾਹੀਂ ਸਾਡੀ ਸ਼ਕਤੀ ਜ਼ਾਇਆ ਹੁੰਦੀ ਹੈ। ਸ਼ਕਤੀ ਬਾਹਰ ਜਾਣ ਲੱਗ ਪੈਂਦੀ ਹੈ, ਕਿਉਂਕਿ ਸੰਸਾਰ ਬਾਹਰ ਹੈ। ਪਰ ਜਦ ਕਰਤਾਰ ਨਿਰੰਕਾਰ ਨੂੰ ਯਾਦ ਕਰੀਏ ਤਾਂ ਸ਼ਕਤੀ ਮਿਲਣੀ ਆਰੰਭ ਹੋ ਜਾਂਦੀ ਹੈ। ਯਾਦ ਦਾ ਪ੍ਰਵਾਹ ਅੰਦਰ ਮੁਖੀ ਹੁੰਦਾ ਹੈ। ਅੰਦਰ ਬੈਠੇ ਪ੍ਰਭੂ ਨਾਲ ਸੰਬੰਧ ਜੁੜਦਿਆਂ ਅਗੰਮੀ ਸ਼ਕਤੀਆਂ ਮਿਲਦੀਆਂ ਹਨ। ਹੁੰਦਾ ਕੀ ਹੈ, ਰੋਜ਼ ਰੋਜ਼ ਜੀਵਨ ਘਟਦਾ ਜਾਂਦਾ ਹੈ, ਸਰੀਰ ਘਟਦਾ ਜਾਂਦਾ ਹੈ। ਸਰੀਰ ਤਾਂ ਇੱਕ ਦਿਨ ਸ਼ਮਸ਼ਾਨ ਤੱਕ ਪਹੁੰਚ ਜਾਂਦਾ ਹੈ, ਪਰ ਚੇਤਨਾ ਸੁੱਤੀ ਰਹਿ ਜਾਂਦੀ ਹੈ। ਸਰੀਰ ਦੀ ਯਾਤਰਾ ਤਾਂ ਪੂਰੀ ਹੋ ਜਾਂਦੀ ਹੈ, ਪਰ ਧਿਆਨ ਚੇਤਨਾ ਰਸਤੇ 'ਤੇ ਹੀ ਪਈ ਰਹਿ ਜਾਂਦੀ ਹੈ। ਅਤੇ ਜਿੱਥੇ ਸੁਰਤ ਧਿਆਨ ਸੀ, ਉਸੇ ਪ੍ਰਕਾਰ ਦਾ ਜੀਵਨ ਜਨਮ ਫਿਰ ਹੁੰਦਾ ਹੈ। ਜੰਮਾਂ ਦੀ ਮਾਰ ਪੈਂਦੀ ਹੈ। ਜੰਮਾਂ ਦੀ ਮਾਰ ਦਾ ਭਾਵ ਜਨਮਾਂ ਦੀ ਮਾਰ। ਜੈਸੇ ਇੱਕ ਘੋੜਾ ਟਾਂਗੇ ਨਾਲ ਜੁੱਤਿਆ ਹੋਇਆ ਹੈ ਤਾਂ ਜਦ ਤੱਕ ਜ਼ਿੰਦਾ ਰਹਿੰਦਾ ਹੈ ਮਾਰ ਹੀ ਖਾਂਦਾ ਹੈ। ਇੱਕ ਅਜਗਰ ਸੱਪ ਹੈ, ਪਿਆ ਹੈ ਵਿਚਾਰਾ ਇੱਕੋ ਹੀ ਥਾਂ 'ਤੇ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ। ਐਸੇ ਹੀ ਤਰੀਕੇ ਨਾਲ ਅਣਗਿਣਤ ਜੂਨੀਆਂ ਦੇਖੀਆਂ ਜਾਂਦੀਆਂ ਨੇ। ਇਹ ਮਾਰ ਨਹੀਂ ਹੈ ਤੇ ਹੋਰ ਕੀ ਹੈ? ਕਈ ਐਸੇ ਬੰਦੇ ਵੀ ਨੇ ਜੋ ਪਏ ਨੇ ਮੰਜੇ 'ਤੇ, ਕਈ ਸਾਲ ਬੀਤ ਗਏ ਨੇ ਅਤੇ ਸਰੀਰ ਕੰਮ ਹੀ ਨਹੀਂ ਕਰਦਾ। ਇਹ ਮਾਰ ਨਹੀਂ ਹੈ ਤੇ ਹੋਰ ਕੀ ਹੈ? ਐਸੇ ਜਨਮ ਮਿਲ ਜਾਣੇ ਜੋ ਸਿਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ, ਬਸ ਜੰਮਾਂ ਦੀ ਮਾਰ ਹੈ। ਜਨਮ ਮਰਨ ਦੇ ਸਿਲਸਿਲੇ ਨੂੰ ਵੱਡਾ ਦੁੱਖ ਤੇ ਸਜ਼ਾ ਮੰਨਿਆ ਗਿਆ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਨਮ ਹੋ ਗਿਆ ਤਾਂ ਹੁਣ ਜੀਵਨ ਵਿੱਚ ਰੋਗ ਵੀ ਚਲੇਗਾ, ਸੋਗ ਵੀ ਚਲੇਗਾ ਔਰ ਤਰ੍ਹਾਂ ਤਰ੍ਹਾਂ ਦੇ ਦੁੱਖ ਰੋਜ਼ ਝੋਲੀ ਦੇ ਵਿੱਚ ਪੈਣਗੇ। ਆਵਾਗੌਣ ਦਾ ਚੱਕਰ ਮਿਟਦਾ ਨਹੀਂ, ਕਰਮਾਂ ਦੇ ਬੰਧਨ ਟੁੱਟਦੇ ਨਹੀਂ। ਜਨਮ ਮਰਨ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਤਨ ਸ਼ਿਖਾ 'ਤੇ ਰੱਖ ਕੇ ਜਲਾ ਦਿੱਤਾ ਜਾਂਦਾ ਹੈ। ਮਨ ਜ਼ਿੰਦਾ ਰਹਿ ਜਾਂਦਾ ਹੈ। ਇਹੀ ਜ਼ਿੰਦਾ ਮਨ ਅਗਲੇ ਜਨਮ ਦਾ ਕਾਰਨ ਬਣ ਜਾਂਦਾ ਹੈ। ਤਨ ਆਪਣੀ ਯਾਤਰਾ ਪੂਰੀ ਕਰਕੇ ਸ਼ਮਸ਼ਾਨ ਘਾਟ ਤੱਕ ਪਹੁੰਚ ਜਾਂਦਾ ਹੈ, ਪਰ ਅਚੇਤਨ ਮਨ ਦੀ ਯਾਤਰਾ ਅਧੂਰੀ ਰਹਿ ਜਾਂਦੀ ਹੈ। ਇਸ ਅਚੇਤਨ ਮਨ ਨੂੰ ਕਿਵੇਂ ਜਗਾਈਏ? ਅਸੀਂ ਅਚੇਤ ਹਾਂ, ਕਿਵੇਂ ਜਗਾਈਏ? ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ। ਸੁੱਤੇ ਹੋਏ ਨੂੰ ਜਗਾਉਣ ਦਾ ਵਸੀਲਾ ਖੜਾਕ ਹੈ, ਆਵਾਜ਼ ਹੈ। ਬਹੁਤ ਗਹਿਰੀ ਨੀਂਦ ਸੁੱਤਾ ਹੋਇਆ ਹੈ। ਜ਼ਰਾ ਉੱਚੀ ਆਵਾਜ਼, ਜੈਸੀ ਹੈ ਆਵਾਜ਼ ਉਸਦੇ ਕੰਨਾਂ ਵਿੱਚ ਪਵੇਗੀ, ਜਾਗ ਪਏਗਾ। ਔਰ ਜਿਤਨਾ ਅਸੀਂ ਜਾਗਦੇ ਹਾਂ ਉਤਨਾ ਹੀ ਬ੍ਰਹਮ, ਉਤਨਾ ਹੀ ਬ੍ਰਹਿਮੰਡ ਪ੍ਰਗਟ ਹੁੰਦਾ ਹੈ। ਜਿਤਨੇ ਅਸੀਂ ਸੁੱਤੇ ਹੁੰਦੇ ਹਾਂ ਉਤਨਾ ਹੀ ਬ੍ਰਹਿਮੰਡ, ਉਤਨਾ ਹੀ ਬ੍ਰਹਮ ਛੁਪਿਆ ਰਹਿੰਦਾ ਹੈ। ਪਰਮਾਤਮਾ ਛੁਪਿਆ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਸੁੱਤੇ ਹੋਏ ਹਾਂ। ਧਨ ਸੁੱਤੀ ਪਰ ਸਦ ਜਾਗੰਤਾ। ਪਰਮਾਤਮਾ ਵਿੱਚ ਸੋਣਾ ਨਹੀਂ ਹੈ, ਉਹ ਤਾਂ ਸਦੀਵੀ ਜਾਗਦਾ ਹੈ। ਸਤਿਗੁਰ ਜਾਗਤਾ ਹੈ ਦਿਓ, ਉਹ ਤੇ ਜਾਗਤ ਸਰੂਪ ਹੈ, ਸਦਾ ਜਾਗਣ ਵਾਲਾ ਹੈ। ਅਸੀਂ ਹੀ ਚਿਰਾਂ ਤੋਂ ਸੁੱਤੇ ਹੋਏ ਹਾਂ, ਚਿਰ ਨਿੰਦਰਾ ਵਿੱਚ ਸੁੱਤੇ ਹੋਏ ਹਾਂ, ਅਨੰਤ ਕਾਲ ਤੋਂ ਸੁੱਤੇ ਹੋਏ ਹਾਂ ਔਰ ਸੁੱਤਿਆਂ ਸੁੱਤਿਆਂ ਜ਼ਿੰਦਗੀ ਬਤੀਤ ਹੁੰਦੀ ਗਈ। ਮਨੁੱਖਾ ਤਨ ਮਿਲਿਆ ਸੀ ਜਾਗਣ ਲਈ, ਅਸੀਂ ਸੁੱਤੇ ਰਹੇ। ਅਸੀਂ ਪੱਥਰ ਬਣ ਗਏ, ਸੁੱਤੇ ਰਹੇ। ਅਸੀਂ ਬਨਸਪਤੀ ਬਣ ਗਏ, ਸੁੱਤੇ ਰਹੇ। ਕੀੜੇ ਮਕੌੜੇ ਪਸ਼ੂ ਪੰਛੀ ਬਣ ਗਏ ਔਰ ਮਨੁੱਖ ਬਣ ਕੇ ਵੀ ਸੁੱਤੇ ਰਹੇ। ਤਾਂ ਫਿਰ ਪੱਥਰ, ਵਨਸਪਤੀ, ਪਸ਼ੂ ਪੰਛੀ ਅਤੇ ਮਨੁੱਖ ਵਿੱਚ ਫਰਕ ਕੀ ਹੋਇਆ? ਮਨੁੱਖ ਦੇਹੀ ਮਿਲੀ ਹੈ ਗੋਬਿੰਦ ਨੂੰ ਮਿਲਣ ਲਈ। ਤਾਂ ਗੋਬਿੰਦ ਦਾ ਮਿਲਣਾ ਕੀ ਹੈ? ਗੋਬਿੰਦ ਦੇ ਪ੍ਰਤੀ ਜਾਗਣਾ। ਜੈਸੇ ਹੀ ਜਾਗਾਂਗੇ ਗੋਬਿੰਦ ਤੇ ਮਿਲਿਆ ਹੋਇਆ ਹੈ। ਭਈ ਪ੍ਰਾਪਤ ਮਾਨੁਖ ਦੇਹੁ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ। ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਵਸੀਲਾ ਸ਼ਬਦ ਹੈ। ਪਰਮਾਤਮਾ ਇੱਕ ਚੇਤਨ ਸ਼ਕਤੀ ਹੈ। ਉਹਨਾਂ ਦਾ ਵੇਖਣਾ, ਉਹਨਾਂ ਦਾ ਸੁਣਨਾ, ਬੋਲਣਾ ਸਭ ਵਿਆਪਕ ਹੈ।
बेखत सुनत सदा है संगे, मैं मूरख जाणिया दूरी रे, ਠਾਕੁਰ ਹਮਰਾ ਸਦ ਬੋਲੰਤਾ। ਪਰ ਅਸੀਂ ਪਰਮਾਤਮਾ ਨੂੰ ਨਹੀਂ ਵੇਖ ਸਕਦੇ, ਨਹੀਂ ਸੁਣ ਸਕਦੇ, ਕਿਉਂਕਿ ਅਸੀਂ ਅਚੇਤਨ ਹਾਂ। ਸਿਮਰਨ ਦੁਆਰਾ ਹੀ ਸੁੱਤੇ ਮਨ ਨੂੰ, ਸੁੱਤੀ ਹੋਈ ਚੇਤਨਾ ਨੂੰ ਜਗਾਇਆ ਜਾ ਸਕਦਾ ਹੈ। ਸਿਮਰਨ ਕਿਵੇਂ ਕਰਨਾ ਹੈ? गाविए सुनिए मन रखिए भाव, दुख पर हर सुख घर ले जाए। रसना गायन करे और मन सुने, आप ही गावे ते भावना नाल सुने। सुखमनी साहिब जी की पंक्ति है, आप कथै आप सुनने हार, आप बोलना है ते आपे दे बोलणों सुनना है। मन की एक आदत है, यह वक्ता है, बोलता है, सुनता नहीं। ज़बान बोल सकती है, सुन नहीं सकती। मन बोल भी सकता है और सुन भी सकता है, पर आदत अनुसार यह सिर्फ बोलता है। इसनों श्रोता बनाना है, यह सुने। और जैसे ही यह उस ब्रह्म नाद नूं, गुरु मंत्र नूं, गुरु वाक नूं सुनेगा, गुरबाणी नूं, गुरु शब्द नूं सुनेगा, इस दियां सुतियां होइयां शक्तियां जागना आरंभ कर देणगियां। पर जितना जागांगे उतना ही प्रभु ਨੂੰ महसूस करेंगे, परमात्मा ਨੂੰ महसूस करांगे। तो स्पष्ट होया नहीं दिखाई दे रहा परमात्मा, ते चेतना सुती हुई है। इस वास्ते असी कहते हाँ भगतां ਨੂੰ, संतां ਨੂੰ कि यह जागे हुए ने, यह सुते हुए भी जागे हुए ने, जबकि आम जगत जागया होया भी सुता होया है। परमात्मा की बंदगी करन वास्ते, रब दे टिकाणे तक पहुँचण वास्ते, सुरत ਨੂੰ शब्द विच जोड़न वास्ते जागना बड़ा लाजमी है। तो साहिब श्री गुरु नानक देव जी महाराज जी ने दसिया है कि भाई तू नाम बीज, परमात्मा दे नाम दा, मंत्र दा जाप कर, वाहिगुरु मंत्र दा जाप कर। ते यह जो नाम दी खेती है, धर्म दी खेती है, ज्ञान दी खेती है, शब्द दी खेती है, यह जो नाम बीजना है, इसके आले दुआले वाड़ चाहिदी है। यह पंच कक्के जो हैं, यह रहता ने, यह एक वाड़ है। यह ठीक है कि वाड़ ਨੂੰ ਫੁੱਲ ਤੇ ਫਲ नहीं लगते, वाड़ तो कोई आत्मिक तृप्ति नहीं, सिर्फ खेती ਦੀ हिफाजत है, खेती ਦਾ बचाव है। ਸਾਹਿਬ श्री गुरु नानक देव जी महाराज ने नाम ਦੀ खेती ਬੀਜਣ ਦਾ ढंग दसिया है। 9 पातशाहियाँ तक यह बीजी हुई खेती किधरे निस्त नाबूद ना हो जाए, तो 10वें पातशाह ने इसके आले दुआले वाड़ ला ਦਿੱਤੀ। तेरा हथ किसी गलत कम ਨੂੰ ना पवे, तो यह पाया होया कड़ा हथ विच तैनूं प्रेरणा देवेगा कि तू गुरु ਦਾ सिख है। कड़ा पहन रखिया है, यह प्रण किता है, उस प्रण ਨੂੰ निभाना है और हर हालत विच निभाना है। और यह जो कृपान है तैनूं प्रेरणा देंदी रहेगी कि तू जुल्म सहारना ही नहीं है, बल्कि जुल्म ਦਾ जवाब भी देना है, जबर नहीं सहारना। रहता सानू शर्म की प्रेरणा देंदी है। असी गुरु दे सिख हाँ, यह मोहर है, यह प्रेरणा देंदी है, यह शर्म पैदा कर देंदी है। सिक्खी दा लिबास होवे, मुखड़े ते गुरु दी मोहर होवे, ते अंदर एहसास होवे गुरसिक्खी दा, ते अंदर नाम दी खेती भी बीजता होवे, ते शराब पिंदियां उसनूं शर्म आ जाती है। मैं यह की करदा हाँ? गुरु दा कड़ा मेरे हथ विच है, गुरु दी मोहर मेरे मूँह ते लगी है, यह रहता मेरे कोल ने। यह जिहड़ी शर्म दा जागना है, मानो यह एक वाड़ है, यह कुकर्म नूं रोकेगी। शराब नहीं पीनी, गलत पासे नहीं जाना, यह रोकेगी, कुकर्म नहीं करने। रहत रहत रह जाए बेकारा, गुर पूरे के शब्द अपारा। श्री गुरु ग्रंथ साहिब जी की इस पंक्ति नाल इतनी गल स्पष्ट है कि गुरु का शब्द मन के ते रहता नूं धारण करके एक दिन बंदा सहजे सहजे विकारां तो रह जाता है और सिक्खी की सही रूप रेखा प्रगट हो जाती है।